Hello students, class BA Honors School in Economics 3rd semester 5th topic properties of commodity। ਦੁਨੀਆ ਦੇ ਬਹੁਤ ਸਾਰੇ ਦੇਸ਼ਾਂ 'ਚ ਕੈਪੀਟਲਿਜ਼ਮ ਪਾਇਆ ਜਾਂਦਾ ਹੈ। ਕਾਰਲ ਮਾਰਕਸ ਨੇ ਕੈਪੀਟਲਿਜ਼ਮ ਦਾ ਸਾਇੰਟੀਫਿਕ ਐਨਾਲਾਈਸਿਸ ਆਪਣੀ ਬੁੱਕ ਕੈਪੀਟਲ 'ਚ ਕੀਤਾ ਸੀ। ਉਹਨਾਂ ਨੇ ਜਨਰਲ ਪ੍ਰਿੰਸੀਪਲ ਆਫ ਕੈਪੀਟਲਿਸਟਿਕ ਮੋਡ ਆਫ ਪ੍ਰੋਡਕਸ਼ਨ ਨੂੰ ਐਨਾਲਾਈਜ਼ ਕੀਤਾ। ਕੈਪੀਟਲਿਜ਼ਮ ਦੇ ਐਨਾਲਾਈਸਿਸ ਦੀ ਸ਼ੁਰੂਆਤ ਮਾਰਕਸ ਨੇ ਕਮੋਡਿਟੀ ਦੀ ਸਟੱਡੀ ਤੋਂ ਕੀਤੀ ਹੈ। ਉਹਨਾਂ ਦੇ ਅਕੋਰਡਿੰਗ ਕਮੋਡਿਟੀ ਦੋ ਤਰ੍ਹਾਂ ਦੀ ਹੁੰਦੀ ਹੈ। ਜਾਂ ਇਕਨੋਮਿਕਸ ਦੇ ਵਿੱਚ ਕਮੋਡਿਟੀ ਦੇ ਦੋ ਰੂਪ ਪਾਏ ਜਾਂਦੇ ਹੈ, ਨੈਚੁਰਲ ਪ੍ਰੋਡਕਸ਼ਨ ਅਤੇ ਕਮੋਡਿਟੀ ਪ੍ਰੋਡਕਸ਼ਨ। ਨੈਚੁਰਲ ਪ੍ਰੋਡਕਸ਼ਨ 'ਚ ਉਹਨਾਂ ਪ੍ਰੋਡਿਊਸਡ ਗੂਡਸ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਜਿਹੜੀਆਂ ਪ੍ਰੋਡਿਊਸਰ ਦੁਆਰਾ ਆਪ ਕੰਜ਼ਿਊਮ ਕਰ ਲਈਆਂ ਜਾਂਦੀਆਂ ਜਾਂ ਉਹਦੇ ਪਰਿਵਾਰ ਦੁਆਰਾ ਕੰਜ਼ਿਊਮ ਕਰ ਲਈਆਂ ਜਾਂਦੀਆਂ। ਮਾਰਕੀਟ ਦੇ ਵਿੱਚ ਸੇਲ ਕਰਨ ਵਾਸਤੇ ਜਾਂ ਵੇਚਣ ਵਾਸਤੇ ਵਸਤੂਆਂ ਨੂੰ ਪ੍ਰੋਡਿਊਸ ਨਹੀਂ ਕੀਤਾ ਜਾਂਦਾ। ਪ੍ਰੋਡਕਸ਼ਨ ਦਾ ਨੈਚੁਰਲ ਰੂਪ ਬਹੁਤ ਹੀ ਪੁਰਾਣਾ ਹੈ। ਬੈਕਵਰਡ ਕੰਟਰੀਜ਼ ਦੇ ਵਿੱਚ ਅਤੇ ਬੈਕਵਰਡ ਰੀਜਨ ਦੇ ਵਿੱਚ ਅਜੇ ਵੀ ਇਹ ਰੂਪ ਪਾਇਆ ਜਾਂਦਾ ਜਾਂ ਇਹ ਫੋਰਮ ਪਾਈ ਜਾਂਦੀ ਹੈ, ਨੈਚੁਰਲ ਪ੍ਰੋਡਕਸ਼ਨ ਦੀ ਫੋਰਮ ਪਾਈ ਜਾਂਦੀ ਹੈ। ਦੂਸਰੀ ਫੋਰਮ ਹੈ ਕਮੋਡਿਟੀ ਪ੍ਰੋਡਕਸ਼ਨ। ਆਪਾਂ ਇਸ ਚੈਪਟਰ ਦੇ ਵਿੱਚ ਕਮੋਡਿਟੀ ਪ੍ਰੋਡਕਸ਼ਨ ਦੇ ਬਾਰੇ ਹੀ ਪੜ੍ਹਾਂਗੇ। ਕਮੋਡਿਟੀ ਪ੍ਰੋਡਕਸ਼ਨ ਦਾ ਉਹ ਰੂਪ ਹੈ ਜਿਹਦੇ 'ਚ ਵਸਤੂਆਂ ਨੂੰ ਸਿਰਫ ਆਪਣੀ ਫੈਮਿਲੀ ਜਾਂ ਆਪਣੇ ਕੰਜੰਪਸ਼ਨ ਵਾਸਤੇ ਹੀ ਪ੍ਰੋਡਿਊਸ ਨਹੀਂ ਕੀਤਾ ਜਾਂਦਾ, ਦੂਜਿਆਂ ਵਾਸਤੇ ਵੀ ਪ੍ਰੋਡਿਊਸ ਕੀਤੀਆਂ ਜਾਂਦੀਆਂ ਜਾਂ ਮਾਰਕੀਟ 'ਚ ਵੇਚਣ ਵਾਸਤੇ ਵੀ ਵਸਤੂਆਂ ਨੂੰ ਪ੍ਰੋਡਿਊਸ ਕੀਤਾ ਜਾਂਦਾ ਹੈ। ਕਮੋਡਿਟੀ ਪ੍ਰੋਡਕਸ਼ਨ ਵੀ ਦੋ ਤਰ੍ਹਾਂ ਦਾ ਹੁੰਦਾ ਹੈ, ਸਿੰਪਲ ਕਮੋਡਿਟੀ ਪ੍ਰੋਡਕਸ਼ਨ ਅਤੇ ਕੈਪੀਟਲਿਸਟਿਕ ਕਮੋਡਿਟੀ ਪ੍ਰੋਡਕਸ਼ਨ। ਕੈਪੀਟਲਿਸਟਿਕ ਕਮੋਡਿਟੀ ਪ੍ਰੋਡਕਸ਼ਨ, ਸਿੰਪਲ ਕਮੋਡਿਟੀ ਪ੍ਰੋਡਕਸ਼ਨ ਦੇ ਵਿੱਚ ਪ੍ਰੋਡਕਸ਼ਨ ਰਿਸੋਰਸਿਸ ਅਤੇ ਸਮਾਲ ਪ੍ਰੋਡਿਊਸਰ ਦੀ ਆਪਣੀ ਪ੍ਰਾਈਵੇਟ ਓਨਰਸ਼ਿਪ ਹੁੰਦੀ ਹੈ। ਪ੍ਰੋਡਕਸ਼ਨ ਦੇ ਰਿਸੋਰਸਿਸ ਦੇ ਉੱਤੇ ਪ੍ਰੋਡਿਊਸਰ ਦੀ ਆਪਣੀ ਪ੍ਰਾਈਵੇਟ ਓਨਰਸ਼ਿਪ ਹੁੰਦੀ ਹੈ। ਪ੍ਰੋਡਿਊਸਰ ਆਪਣੇ ਲੇਬਰ ਦੁਆਰਾ ਜਾਂ ਆਪ ਹੀ ਵਸਤੂਆਂ ਦਾ ਪ੍ਰੋਡਕਸ਼ਨ ਕਰਦੇ ਹੈ। ਕੈਪੀਟਲਿਸਟਿਕ ਪ੍ਰੋਡਕਸ਼ਨ ਦੇ ਵਿੱਚ ਉਤਪਾਦਨ ਦੇ ਸਾਧਨਾਂ 'ਤੇ ਜਾਂ ਰਿਸੋਰਸ ਆਫ ਪ੍ਰੋਡਕਸ਼ਨ ਦੇ ਉੱਤੇ ਕੈਪੀਟਲਿਸਟਿਕ ਦੀ ਪ੍ਰਾਈਵੇਟ ਓਨਰਸ਼ਿਪ ਹੁੰਦੀ ਹੈ। ਵੇਚ 'ਤੇ ਰੱਖੇ ਗਏ ਲੇਬਰ ਦੁਆਰਾ ਵਸਤੂਆਂ ਨੂੰ ਪ੍ਰੋਡਿਊਸ ਕੀਤਾ ਜਾਂਦਾ ਹੈ। ਇੱਥੇ ਲੇਬਰ ਨੂੰ ਐਕਸਪਲਾਇਟ ਕੀਤਾ ਜਾਂਦਾ ਹੈ। ਸਿੰਪਲ ਕਮੋਡਿਟੀ ਪ੍ਰੋਡਕਸ਼ਨ ਅਤੇ ਕੈਪੀਟਲਿਸਟਿਕ ਕਮੋਡਿਟੀ ਪ੍ਰੋਡਕਸ਼ਨ ਦੋਨਾਂ ਦੇ ਵਿੱਚ ਪ੍ਰਾਈਵੇਟ ਓਨਰਸ਼ਿਪ ਹੁੰਦੀ ਹੈ, ਪਰ ਦੋਨਾਂ ਦੇ ਵਿੱਚ ਲੇਬਰ ਦੀ ਐਕਸਪਲਾਈਟੇਸ਼ਨ ਦੇ ਬਾਰੇ 'ਚ ਵਿਭਿੰਨਤਾ ਪਾਈ ਜਾਂਦੀ ਹੈ। ਸਿੰਪਲ ਕਮੋਡਿਟੀ ਪ੍ਰੋਡਕਸ਼ਨ ਦੇ ਵਿੱਚ ਲੇਬਰ ਨੂੰ ਐਕਸਪਲਾਈਟ ਨਹੀਂ ਕੀਤਾ ਜਾਂਦਾ। ਸਿੰਪਲ ਕਮੋਡਿਟੀ ਪ੍ਰੋਡਕਸ਼ਨ ਦੇ ਵਿੱਚ ਪ੍ਰੋਡਕਸ਼ਨ ਰਿਸੋਰਸ ਅਤੇ ਲੇਬਰ ਦੋਵੇਂ ਹੀ ਉਤਪਾਦਕ ਦੇ ਆਪਣੇ ਹੁੰਦੇ ਆ, ਪਰ ਕੈਪੀਟਲਿਸਟਿਕ ਕਮੋਡਿਟੀ ਪ੍ਰੋਡਕਸ਼ਨ ਦੇ ਵਿੱਚ ਲੇਬਰ ਨੂੰ ਪ੍ਰੋਡਕਸ਼ਨ ਰਿਸੋਰਸਿਸ ਤੋਂ ਅਲੱਗ ਕਰ ਦਿੱਤਾ ਜਾਂਦਾ ਹੈ। ਕੈਪੀਟਲਿਸਟ ਪ੍ਰੋਡਕਸ਼ਨ ਰਿਸੋਰਸਿਸ ਦਾ ਜਾਂ ਲੇਬਰ ਦਾ ਓਨਰ ਹੁੰਦਾ ਹੈ ਅਤੇ ਲੇਬਰ ਨੂੰ ਐਕਸਪਲਾਇਟ ਕਰਦਾ ਹੈ। ਸਿੰਪਲ ਕਮੋਡਿਟੀ ਪ੍ਰੋਡਕਸ਼ਨ ਦੇ ਵਿੱਚ ਲੇਬਰ ਨੂੰ ਐਕਸਪਲਾਇਟ ਨਹੀਂ ਕੀਤਾ ਜਾਂਦਾ, ਪਰ ਕੈਪੀਟਲਿਸਟਿਕ ਕਮੋਡਿਟੀ ਪ੍ਰੋਡਕਸ਼ਨ ਦੇ ਵਿੱਚ ਲੇਬਰ ਨੂੰ ਐਕਸਪਲਾਇਟ ਕੀਤਾ ਜਾਂਦਾ ਹੈ। ਪ੍ਰੋਪਰਟੀਜ਼ ਆਫ ਕਮੋਡਿਟੀਜ਼ ਦੀਆਂ ਦੋ ਪ੍ਰੋਪਰਟੀਜ਼ ਹੁੰਦੀਆਂ। ਕਮੋਡਿਟੀ ਦੇ ਵਿੱਚ ਦੋ ਵਿਸ਼ੇਸ਼ਤਾਵਾਂ ਪਾਈਆਂ ਜਾਂਦੀਆਂ, ਇੱਕ ਹੈਗੀ ਹੈ ਯੂਜ਼ ਵੈਲਿਊ ਅਤੇ ਦੂਸਰੀ ਹੈ ਐਕਸਚੇਂਜ ਵੈਲਿਊ। ਯੂਜ਼ ਵੈਲਿਊ ਕਿਸੇ ਵਸਤੂ ਦਾ ਉਹ ਗੁਣ ਹੁੰਦਾ ਹੈ ਜਿਹੜਾ ਲੋਕਾਂ ਦੀਆਂ ਜ਼ਰੂਰੀ ਲੋੜਾਂ ਨੂੰ ਪੂਰਾ ਕਰਦਾ ਹੈ, ਸੈਟਿਸਫਾਈ ਕਰਦਾ ਹੈ। ਕਮੋਡਿਟੀ ਦੇ ਇਸ ਗੁਣ ਨੂੰ ਐਡਮ ਸਮਿਥ ਨੇ ਯੂਜ਼ ਵੈਲਿਊ ਕਿਹਾ। ਹਰੇਕ ਕਮੋਡਿਟੀ ਦੀ ਯੂਜ਼ ਵੈਲਿਊ ਅਲੱਗ-ਅਲੱਗ ਹੁੰਦੀ ਹੈ। ਹਰੇਕ ਕਮੋਡਿਟੀ ਦੀ ਯੂਜ਼ ਵੈਲਿਊ ਫਿਜ਼ੀਕਲ, ਕੈਮੀਕਲ ਅਤੇ ਮਕੈਨੀਕਲ ਜਾਂ ਹੋਰ ਵਿਸ਼ੇਸ਼ਤਾਵਾਂ 'ਤੇ ਡਿਪੈਂਡ ਕਰਦੀ ਹੈ। ਜਿਵੇਂ ਰੋਟੀ ਅਤੇ ਦੁੱਧ ਦੀ ਯੂਜ਼ ਵੈਲਿਊ ਅਲੱਗ ਹੁੰਦੀ ਹੈ, ਕੱਪੜਿਆਂ ਅਤੇ ਜੁੱਤਿਆਂ ਦੀ ਯੂਜ਼ ਵੈਲਿਊ ਅਲੱਗ ਹੁੰਦੀ ਹੈ, ਮਸ਼ੀਨਾਂ ਦੀ ਯੂਜ਼ ਵੈਲਿਊ ਅਲੱਗ ਹੁੰਦੀ ਹੈ, ਮਨੁੱਖ ਵਾਸਤੇ ਅਲੱਗ ਹੁੰਦੀ ਹੈ। ਕੰਜੰਪਸ਼ਨ ਗੂਡਸ ਜ਼ਰੂਰਤਾਂ ਨੂੰ ਡਾਇਰੈਕਟਲੀ ਪੂਰਾ ਕਰਦੀਆਂ ਅਤੇ ਪ੍ਰੋਡਕਸ਼ਨ ਰਿਸੋਰਸਿਸ ਜ਼ਰੂਰਤਾਂ ਨੂੰ ਇਨਡਾਇਰੈਕਟਲੀ ਪੂਰਾ ਕਰਦੇ ਹੈ। ਯੂਜ਼ ਵੈਲਿਊ ਨੈਚੁਰਲ ਅਤੇ ਕਮੋਡਿਟੀ ਦੋਨਾਂ ਦੇ ਨੈਚੁਰਲ ਪ੍ਰੋਡਕਸ਼ਨ ਅਤੇ ਕਮੋਡਿਟੀ ਪ੍ਰੋਡਕਸ਼ਨ ਦੋਨਾਂ ਦੇ ਵਿੱਚ ਹੀ ਹੁੰਦਾ ਹੈ। ਪਾਣੀ ਦੀ ਵੀ ਯੂਜ਼ ਵੈਲਿਊ ਹੁੰਦੀ ਹੈ ਅਤੇ ਵਾਚ ਦੀ ਵੀ ਯੂਜ਼ ਵੈਲਿਊ ਹੁੰਦੀ ਹੈ। ਯੂਜ਼ ਵੈਲਿਊ ਦਾ ਸਕੋਪ ਬਹੁਤ ਹੀ ਵਿਸ਼ਾਲ ਹੈ। ਕੈਪੀਟਲਿਜ਼ਮ 'ਚ ਇੱਕ ਵਸਤੂ ਦਾ ਉਤਪਾਦਨ ਆਪਣੇ ਲਈ ਨਹੀਂ ਕੀਤਾ ਜਾਂਦਾ, ਬਲਕਿ ਹੋਰ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਵਾਸਤੇ ਵੀ ਕੀਤਾ ਜਾਂਦਾ ਹੈ। ਕੈਪੀਟਲਿਜ਼ਮ 'ਚ ਇੱਕ ਪ੍ਰੋਡਿਊਸਰ ਕਮੋਡਿਟੀ ਪ੍ਰੋਡਕਸ਼ਨ ਤਾਂ ਕਰਦਾ ਹੈ ਤਾਂ ਕਿ ਉਸ ਨੂੰ ਵੇਚ ਸਕੇ। ਇਸ ਤਰ੍ਹਾਂ ਕਮੋਡਿਟੀ 'ਚ ਯੂਜ਼ ਵੈਲਿਊ ਦੇ ਨਾਲ ਨਾਲ ਐਕਸਚੇਂਜ ਵੈਲਿਊ ਦਾ ਹੋਣਾ ਵੀ ਜ਼ਰੂਰੀ ਹੁੰਦਾ ਹੈ। ਜਿਵੇਂ ਇੱਕ ਕਿਸਾਨ ਕਣਕ ਸਿਰਫ ਆਪਣੇ ਲਈ ਹੀ ਨਹੀਂ ਪ੍ਰੋਡਿਊਸ ਕਰਦਾ, ਬਲਕਿ ਹੋਰਾਂ ਵਾਸਤੇ ਵੀ ਪ੍ਰੋਡਿਊਸ ਕਰਦਾ ਹੈ ਜਾਂ ਮਾਰਕੀਟ ਵਾਸਤੇ ਵੀ ਪ੍ਰੋਡਿਊਸ ਕਰਦਾ ਹੈ। ਇੰਨੀ ਕਣਕ ਪ੍ਰੋਡਿਊਸ ਕਰਦਾ ਹੈ ਕਿ ਉਹ ਮਾਰਕੀਟ ਦੇ ਵਿੱਚ ਵੇਚ ਸਕੇ।
ਕਣਕ ਦੀ ਖਰੀਦ ਵੇਚ ਨਾਲ ਕਣਕ ਦੂਜਿਆਂ ਦੀਆਂ ਲੋੜਾਂ ਵੀ ਪੂਰੀਆਂ ਕਰਦੀ ਹੈ। ਇਸ ਕਰਕੇ ਕਣਕ ਨੂੰ ਕਮੋਡਿਟੀ ਕਿਹਾ ਜਾਂਦਾ ਹੈ। ਉਹਨਾਂ ਵਸਤੂਆਂ ਨੂੰ ਕਮੋਡਿਟੀ ਕਿਹਾ ਜਾਂਦਾ ਹੈ ਜਿਨ੍ਹਾਂ 'ਚ ਯੂਜ਼ ਵੈਲਿਊ ਅਤੇ ਐਕਸਚੇਂਜ ਵੈਲਿਊ ਦੋਵੇਂ ਹੀ ਹੁੰਦੀਆਂ। ਐਕਸਚੇਂਜ ਵੈਲਿਊ ਉਹ ਵੈਲਿਊ ਹੁੰਦੀ ਹੈ ਜਿਸ ਨਾਲ ਇੱਕ ਵਸਤੂ ਦੀ ਨਿਸ਼ਚਿਤ ਮਾਤਰਾ ਨੂੰ ਦੂਜੀ ਵਸਤੂ ਦੀ ਨਿਸ਼ਚਿਤ ਮਾਤਰਾ ਦੇ ਨਾਲ ਐਕਸਚੇਂਜ ਕੀਤਾ ਜਾਂਦਾ ਹੈ। ਜਿਵੇਂ 1 ਕਿਲੋ ਸ਼ੂਗਰ ਇਜ਼ ਇਕੁਅਲ ਟੂ 4 ਕਿਲੋ ਪੋਟੈਟੋ। 1 ਕਿਲੋ ਸ਼ੂਗਰ ਦੀ ਐਕਸਚੇਂਜ ਵੈਲਿਊ 4 ਕਿਲੋ ਪੋਟੈਟੋ ਹੈ। 1 ਕਿਲੋ ਸ਼ੂਗਰ ਦੀ ਸਹਾਇਤਾ ਨਾਲ 4 ਕਿਲੋ ਆਲੂ ਖਰੀਦੇ ਜਾ ਸਕਦੇ ਹੈ, 4 ਕਿਲੋ ਪੋਟੈਟੋ ਨੂੰ ਖਰੀਦਿਆ ਜਾ ਸਕਦਾ ਹੈ। ਇਸ ਤਰ੍ਹਾਂ ਨਾਲ ਦੋਵੇਂ ਪ੍ਰੋਪਰਟੀਜ਼ ਹੈ ਜਿਹੜੀਆਂ ਯੂਜ਼ ਵੈਲਿਊ ਅਤੇ ਐਕਸਚੇਂਜ ਵੈਲਿਊ ਇਹ ਇੱਕ ਦੂਜੇ ਨਾਲ ਰਿਲੇਟਡ ਹੈ। ਜੇ ਕਿਸੇ ਵੀ ਵਸਤੂ ਦੇ ਵਿੱਚ ਇੱਕ ਪ੍ਰੋਪਰਟੀ ਨਹੀਂ ਪਾਈ ਜਾਂਦੀ ਤਾਂ ਉਸ ਨੂੰ ਵਸਤੂ ਨਹੀਂ ਕਿਹਾ ਜਾ ਸਕਦਾ, ਉਸ ਵਸਤੂ ਨੂੰ ਪ੍ਰੋਡਿਊਸ ਵੀ ਨਹੀਂ ਕੀਤਾ ਜਾਊਗਾ। ਇਸ ਕਰਕੇ ਕਿਸੇ ਵੀ ਵਸਤੂ ਨੂੰ ਕਮੋਡਿਟੀ ਹੋਣ ਵਾਸਤੇ ਜ਼ਰੂਰੀ ਹੁੰਦਾ ਕਿ ਯੂਜ਼ ਵੈਲਿਊ ਦੇ ਨਾਲ ਐਕਸਚੇਂਜ ਵੈਲਿਊ ਵੀ ਹੋਵੇ। ਜਿਹੜੀ ਵਸਤੂ ਦੇ ਵਿੱਚ ਵੀ ਯੂਜ਼ ਵੈਲਿਊ ਅਤੇ ਐਕਸਚੇਂਜ ਵੈਲਿਊ ਹੁੰਦੀ ਹੈ ਉਸ ਨੂੰ ਕਮੋਡਿਟੀ ਕਿਹਾ ਜਾਂਦਾ ਹੈ। ਥੈਂਕ ਯੂ ਸਟੂਡੈਂਟਸ।